ਦਾਣਾ ਮੰਡੀ ਸਾਦਿਕ ਵਿਖੇ ਸੂਬਾ 5 ਮੈਂਬਰੀ ਕਮੇਟੀ ਅਤੇ ਬਾਵਰੀਆ ਸਮਾਜ ਦੇ ਲੋਕਾਂ ਵੱਲੋਂ ਵਿਮੁਕਤ ਕਬੀਲੇ ਬਾਵਰੀਆ ਮਹਾਸੰਘ ਪੰਜਾਬ 70ਵਾਂ ਮੁਕਤੀ ਦਿਵਸ ਅਤੇ ਵਿਸ਼ਾਲ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸਰਦਾਰ ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਪੰਜਾਬ ਪਹੁੰਚੇ। ਉਹਨਾਂ ਦਾ ਉੱਥੇ ਪਹੁੰਚਣ ਤੇ MLA ਗੁਰਦਿੱਤ ਸਿੰਘ ਸੇਖੋਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਵਿਸ਼ੇਸ਼ ਮਹਿਮਾਨ ਗੁਰਦਿੱਤ ਸਿੰਘ ਸੇਖੋਂ MLA ਫਰੀਦਕੋਟ, ਜਗਦੀਪ ਸਿੰਘ ਕਾਕਾ ਬਰਾੜ MLA ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਅਤੇ ਉਹਨਾਂ ਦਾ ਉੱਥੇ ਪਹੁੰਚਣ ਤੇ ਬਾਵਰੀਆ ਸਮਾਜ ਦੇ ਅਹੁਦੇਦਾਰਾਂ ਵੱਲੋਂ ਟਰੋਫੀਆਂ ਦਿੱਤੀਆਂ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਾਵਰੀਆ ਸਮਾਜ ਦੇ ਅਹੁਦੇਦਾਰਾਂ ਨੇ ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ। ਸਰਦਾਰ ਫੌਜਾ ਸਿੰਘ ਸਰਾਰੀ ਨੇ ਸੰਬੋਧਨ ਕਰਦੇ ਹੋਏ ਜੈ ਭੀਮ ਜੈ ਭਾਰਤ ਦਾ ਨਾਅਰਾ ਲਾਇਆ ਅਤੇ ਉਹਨਾਂ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਦੇਣ ਸਦਕਾ ਹੀ ਅਸੀਂ ਅੱਜ ਵੱਡੇ ਅਹੁਦਿਆਂ 'ਤੇ ਪਹੁੰਚਦੇ ਹਾਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ 'ਤੇ ਲੋਕ ਗਾਇਕ ਬਲਦੇਵ ਲਹਿਰੀ ਅਤੇ ਬੀਬਾ ਪੂਜਾ ਮਣੀ ਵੱਲੋਂ ਅਖਾੜੇ ਦਾ ਰੰਗ ਬੰਨ੍ਹਿਆ ਗਿਆ। KSK ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ। 2% ਕੋਟੇ ਦੇ ਲੱਗੀਆਂ ਪਾਬੰਦੀਆਂ ਹਟਾਓ। ਬਹੁਤ ਬਹੁਤ ਧੰਨਵਾਦ। ਮਹਾਸੰਘ ਜ਼ਿੰਦਾਬਾਦ। ਮੁਕਤ ਕਬੀਲੇ ਬਾਵਰੀਆ ਮਹਾਸੰਘ ਜ਼ਿੰਦਾਬਾਦ। ਪਹਿਣੋ ਇਹਦੇ ਵਿੱਚ ਬਰਕਤ ਪੂਰੀ ਆ। ਇੱਕ ਮਿੰਟ ਹੋ ਜਾ ਵੀਰੋ, ਇਹਦੇ ਵਿੱਚ ਬਰਕਤ ਪੂਰੀ ਆ। ਇੱਕ ਮਿੰਟ ਹੋ ਜਾ ਵੀਰੋ, ਇਹਦੇ ਵਿੱਚ ਬਰਕਤ ਪੂਰੀ ਆ। ਇੱਕ ਮਿੰਟ ਹੋਰ ਪਹਿਣੋ, ਇਹ ਕਿਹੜੇ ਬਹੁਤ ਜ਼ਰੂਰੀ ਆ। ਇੱਕ ਮਿੰਟ ਪਹਿਣੋ, ਹੱਕਾਂ ਲਈ ਬਹੁਤ ਜ਼ਰੂਰੀ ਆ। ਸਾਡੇ ਗੁਰੂ ਨਾਨਕ ਸਟੋਰ ਸਾਦਿਕ ਜਿੱਥੇ ਫਿਰੋਜ਼ਪੁਰ ਸਾਹਮਣੇ ਦਾਣਾ ਮੰਡੀ ਜਿੱਥੇ ਤੁਸੀਂ ਟਹਿਲਾ ਲੈ ਸਕਦੇ ਹੋ, ਪੱਥਾ ਲੈ ਸਕਦੇ ਹੋ, ਬਹੁਤ ਸਾਰਾ ਪਿਆਰ ਦੇ ਨੇ, ਬਹੁਤ ਸਾਰਾ ਮਾਸਟਰ ਗੁਰੂ ਨਾਨਕ ਸੈਕਟਰੀ ਸਟੋਰ ਸੋ ਇਹ ਜਿਹੜੇ ਸਨਮਾਨ ਚਿੰਨ੍ਹ ਹੈ ਇਹ ਤੁਹਾਨੂੰ ਸਾਡੀ ਯਾਦ ਆਉਂਦੇ ਰਹਿਣਗੇ ਔਰ ਜੋ ਸਾਡੀਆਂ ਡਿਮਾਂਡਾਂ ਪ੍ਰਤੀ ਤੁਹਾਨੂੰ ਇਹ ਯਾਦ ਕਰਾਉਂਦੇ ਰਹਿਣਗੇ ਕਿ ਕਿਤੇ ਅਸੀਂ ਬਾਵਰੀਆ ਸਮਾਜ ਦੇ। ਸੋ ਬਹੁਤ ਬਹੁਤ ਮਿਹਰਬਾਨੀ ਜੀ। ਹੁਣ ਜਿੰਨੇ ਵੀ ਬੈਠੇ ਹੋ ਸਾਰੇ ਬਾਵਰੀਆ ਸਮਾਜ ਨਾਲ ਸੰਬੰਧਿਤ ਮੁਕਤ ਕਬੀਲੇ ਜਿਹੜਾ ਸ਼ਬਦ ਮੈਂ ਬੋਲਿਆ ਸੀ ਨਾ, ਜੈ ਭੀਮ ਜੈ ਭਾਰਤ, ਉਹਦਾ ਮਤਲਬ ਇਹ ਸੀ ਕਿ ਸਾਡੀ ਵਾਗਡੋਰ ਫੜਨ ਵਾਲੇ ਤੇ ਭਾਰਤੀ ਸੰਵਿਧਾਨ ਵਿੱਚ ਲਿਖਾਉਣ ਵਾਲੇ ਜਿਹੜੇ ਅੱਜ ਅਸੀਂ ਜਿੱਥੇ ਮੈਂ ਬੋਲ ਰਿਹਾ ਇਹ ਵੀ ਉਹਨਾਂ ਦੀ ਦੇਣ ਹੈ। ਜਿੰਨੀਆਂ ਨੌਕਰੀਆਂ ਲੱਗਦੀਆਂ ਵੋਟਾਂ ਦਾ ਹੱਕ ਨਹੀਂ ਹੁੰਦਾ ਸੀ, ਕੋਈ ਵੋਟ ਨਹੀਂ ਪਾ ਸਕਦਾ ਸੀ। ਇਹ ਉਹ ਕਬੀਲੇ ਹੈ ਜਿਨ੍ਹਾਂ ਦੇ ਸੰਘਰਸ਼ ਵਿੱਚ ਆਜ਼ਾਦੀ 'ਚ ਕਾਫੀ ਵੱਡਾ ਯੋਗਦਾਨ ਸੀ, ਪਰ ਜਦੋਂ ਸਰਕਾਰਾਂ ਮਗਰ ਪੈ ਜਾਂਦੀਆਂ ਇਹ ਆਪਣੇ ਘਰ-ਬਾਰ ਛੱਡ ਕੇ ਜੰਗਲਾਂ 'ਚ ਰਹਿਣ ਲੱਗੇ ਸੀ। ਅੱਜ ਕੋਈ ਇੱਕ ਦਿਨ ਨਹੀਂ ਕੱਟਦਾ, ਇਹਨਾਂ ਨੇ ਸਾਰੀ ਉਮਰ ਜੰਗਲਾਂ 'ਚ ਰਹਿ ਕੇ ਗੁਜ਼ਾਰੀ ਤੇ ਅੱਜ ਸਿਨੋਨਿਮਸ ਅੰਗਰੇਜ਼ੀ ਦਾ ਸ਼ਬਦ ਹੈ, ਉਹਦਾ ਮਤਲਬ ਹੁੰਦਾ ਕਿ ਕੋਈ ਜਾਤ ਪਾਤ ਧਰਮ ਕੁਛ ਵੀ ਨਹੀਂ ਹੈ, ਗੁੰਮਨਾਮ। ਅੱਜ ਜਿੱਥੇ ਵੀ ਖੜੇ ਆ ਇਹ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਦੇਣ ਹੈ। ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਵੀ ਜਿੰਨੇ ਵੀ ਬਾਬਿਆਂ ਨੂੰ ਮੰਨਦੇ ਹੋ ਤੁਹਾਡੀ ਪਰਸਨਲ ਲਾਈਫ ਹੈ, ਪਰ ਜਿਹੜਾ ਸਾਡਾ ਸਾਰਿਆਂ ਨਾਲੋਂ ਵੱਡਾ ਬਾਬਾ ਉਹ ਭੀਮ ਰਾਓ ਅੰਬੇਦਕਰ ਹੈ, ਜਿਨ੍ਹਾਂ ਨੇ ਸਾਨੂੰ ਭਾਰਤੀ ਸੰਵਿਧਾਨ ਵਿੱਚ ਅੱਜ ਇਹ ਹੱਕ ਦਿਵਾਇਆ। ਕਦੇ ਸਾਡੀਆਂ ਥਾਣਿਆਂ 'ਚ ਹਾਜ਼ਰੀਆਂ ਲੱਗਦੀਆਂ ਹੁੰਦੀਆਂ ਸੀ, ਜਦੋਂ ਕਿਤੇ ਘਰ ਤੋਂ ਬਾਹਰ ਜਾਣਾ ਤਾਂ ਉੱਥੇ ਵੀ ਹਾਜ਼ਰੀ ਲੱਗਦੀ ਸੀ ਕਿ ਇਹ ਫਲਾਣੇ ਵਿਮੁਕਤ ਜਾਤੀ ਦਾ ਐਕਸ ਕ੍ਰਿਮੀਨਲ ਟ੍ਰਾਈਬ ਦਾ ਬੰਦਾ ਹੈ, ਤੇ ਇਹਨੂੰ ਉੱਥੇ ਵੀ ਦੱਸਣਾ ਪੈਂਦਾ ਸੀ ਕਿ ਮੈਂ ਫਲਾਣੇ ਪਿੰਡ ਵਿੱਚ ਆਇਆ ਹੋਇਆ, ਇੰਨੇ ਦਿਨ ਇੱਥੇ ਰਹਾਂਗਾ ਤੇ ਉਸ ਤੋਂ ਬਾਅਦ ਮੈਂ ਵਾਪਸ ਜਾਣਾ। ਇਹੋ ਜਿਹੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਹੋਏ ਅੱਜ ਆਪਾਂ ਜੇ ਪੈਰਾਂ ਸਿਰ ਖੜੇ ਹਾਂ ਤੇ ਸਾਨੂੰ ਭਾਰਤੀ ਸੰਵਿਧਾਨ ਦੀ ਦੇਣ ਹੈ। ਕੁਝ ਮਨੂਵਾਦੀ ਲੋਕ ਜਿਹੜੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੇ ਸੀ, ਇਹ ਉਹਨਾਂ ਦੀ ਘਟੀਆ ਚਾਲ ਸੀ। ਭਾਰਤ ਦੇ ਵਿੱਚ
ਅਨੁਸੂਚਿਤ ਸਮਾਜ ਵਿਮੁਕਤ ਜਾਤੀਆਂ ਪਿਛੜੀਆਂ ਸ਼੍ਰੇਣੀਆਂ 85% ਲੋਕ ਨੇ। ਇਹ ਰਾਜ ਪਾਲ ਤੋਂ ਵਾਂਝੇ ਕਿਉਂ ਹੈ? ਜਿੱਥੇ ਮੈਂ ਨੋਟ ਕਰ ਰਿਹਾ ਸੀ ਇੱਕ ਗੱਲ ਆਈ ਸੀ ਕਿ ਬਾਕੀ ਗੱਲਾਂ ਸਾਡੀਆਂ ਠੀਕ ਹੈ, ਸਾਡੀ ਬਹਾਦਰੀ ਦੀਆਂ, ਇੱਕ ਕਮੀ ਹੈ, ਉਹ ਇਹ ਹੈ ਕਿ ਸਾਡੇ ਵਿੱਚ ਏਕਤਾ ਨਹੀਂ ਹੈ। ਅਸੀਂ ਆਪੋ ਆਪਣਾ ਰਾਗ ਲਾਪਦੇ ਹਾਂ। ਜਿਸ ਸਮਾਜ ਵਿੱਚ ਮੈਂ ਪੈਦਾ ਹੋਇਆ ਉਹ ਵੀ ਐਕਸ ਕ੍ਰਿਮੀਨਲ ਟਰਾਈਬ ਹੈ, ਉਹਦਾ ਪੁਰਾਣਾ ਨਾਮ ਹੈ ਮਾਤਮ। ਅੱਜ ਕੱਲ੍ਹ ਪੰਜਾਬ ਦੇ ਵਿੱਚ ਉਹ ਜਾਣਿਆ ਜਾਂਦਾ ਰਾਏ ਸਿੱਖ। ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਪਤਾ ਹੈ ਕਿ ਮਾਤਮ ਜਾਤੀ ਨਾਲ ਸੰਬੰਧਿਤ ਜਿਹੜਾ ਤੁਸੀਂ ਮੈਨੂੰ ਮੰਗ ਪੱਤਰ ਦਿੱਤਾ ਹੈ, ਇਹਦੇ ਵਿੱਚ ਹੀ ਲਿਖਿਆ ਜਿੱਥੇ ਲਿਸਟ ਹੈ ਐਕਸ ਕ੍ਰਿਮੀਨਲ ਟਰਾਈਬ ਦੀ, ਜਰੈਣ ਪੇਸ਼ਾ ਕੌਮਾਂ ਦੇ ਵਿੱਚ ਉੱਥੇ ਮਾਤਮ ਜਾਤੀ ਵੀ ਹੈ। ਵਿਤਕਰਾ ਹੁੰਦਾ ਰਿਹਾ, ਅਸੀਂ ਜਰਦੇ ਰਹੇ, ਇਸੇ ਕਰਕੇ ਅਸੀਂ ਪਛੜ ਗਏ ਸੀ। ਹੁਣ ਅਸੀਂ ਏਕਤਾ ਬਣਾਈ ਹੈ, ਸਾਰਾ ਸਮਾਜ ਇਕੱਠੇ ਹੋ ਕੇ ਲੱਗੇ ਹੋਏ ਆ। RS ਲੱਦੜ ਸਾਹਿਬ ਨੇ ਪਿੱਛੇ ਇੱਕ ਪੈਗਾਮ ਸ਼ੁਰੂ ਕੀਤਾ ਸੀ। ਉਦੋਂ ਮੈਂ ਨੌਕਰੀ ਕਰਦਾ ਸੀ, ਮੈਂ ਸਟੇਜ 'ਤੇ ਨਹੀਂ ਬੋਲ ਸਕਿਆ ਸੀ। ਅੱਜ ਮੈਂ ਖੁੱਲ੍ਹ ਕੇ ਬੋਲਦਾ। ਉਸ ਵੇਲੇ ਮੈਂ ਲੱਦੜ ਸਾਹਿਬ ਨੂੰ ਕਿਹਾ ਸੀ ਕਿ ਲੱਦੜ ਸਾਹਿਬ ਤੁਸੀਂ ਬੋਲੋ, ਇੱਕ ਗੱਲ ਜ਼ਰੂਰ ਦੱਸੋ ਇਸ ਸਮਾਜ ਨੂੰ ਕਿ ਵੰਡੀਆਂ ਪਾਈ ਬੈਠਾ। ਜਦੋਂ ਕੋਈ ਪੁੱਛਦਾ ਮੈਂ ਰਮਦਾਸੀਆ ਸਿੱਖ, ਮੈਂ ਮਜਬੀ ਸਿੱਖ, ਮੈਂ ਰਾਏ ਸਿੱਖ, ਮੈਂ ਥੋਰੀ, ਮੈਂ ਚਮਾਰ, ਇਹ ਛੱਡ ਦਿਓ ਸਾਰਾ ਕੁਝ, ਸਪਸ਼ਟ ਕਹੋ ਕਿ ਮੈਂ SC ਹਾਂ, ਜਾਂ ਜਿਹੜੀ ਹੁਣ ਸਾਡੀ ਮੰਗ ਹੈ ਇਹ ST ਵਿੱਚ ਪਾਉਣ ਦੀ ਹੈ। SC ਦੇ ਵਿੱਚ ਕਾਫੀ ਸਾਰੀਆਂ ਜਾਤਾਂ ਹੈਗੀਆਂ। ਜਿਹੜੇ ਵਿਮੁਕਤ ਕਬੀਲੇ, ਇਹਨਾਂ ਦੀ ਸਪੈਸ਼ਲ ਮੰਗ ਕਿਉਂ ਖੜੀ ਹੋਈ ਹੈ ਕਿ ਵਾਕਈ ਇਹ ਉਹ ਕੌਮ ਹੈ ਜਿਨ੍ਹਾਂ ਨਾਲ ਆਜ਼ਾਦੀ ਤੋਂ ਪਹਿਲਾਂ ਵੀ ਧੱਕਾ ਹੁੰਦਾ ਰਿਹਾ ਤੇ ਹੁਣ ਵੀ ਹੋਇਆ। ਅੰਗਰੇਜ਼ ਚਲੇ ਗਏ ਪਰ ਜਿਹੜੇ ਨਵੀਆਂ ਸਰਕਾਰਾਂ ਆਈਆਂ ਉੱਥੋਂ ਵੀ ਇਨਸਾਫ ਨਹੀਂ ਮਿਲਿਆ। ਅੱਜ ਵਿਮੁਕਤ ਕਬੀਲੇ ਦਿੱਲੀ ਦੇ ਵਿੱਚ ਵੀ ਇਸੇ ਸੰਘਰਸ਼ ਰੋਸ ਮਚਾ ਰਹੇ ਆ। ਭਾਰਤ ਦੇ ਵਿੱਚ 3 ਸਟੇਟਾਂ ਦੇ ਵਿੱਚ ST ਐਕਟ ਲਾਗੂ ਹੋਇਆ ਜਿੱਥੇ ਰਿਜ਼ਰਵੇਸ਼ਨ ਦਾ ਹੱਕ ਮਿਲਿਆ ਹੈ। ਇੱਥੇ ਵੀ ਕਈ ਚਿਰਾਂ ਤੋਂ ਮੰਗ ਚੱਲ ਰਹੀ ਹੈ। ਕੁਛ ਵਿਮੁਕਤ ਜਾਤੀ ਦੇ ਲੋਕ ਜਿਹੜੇ ਮੇਰੇ ਸਮਾਜ ਨਾਲ ਵੀ ਸੰਬੰਧ ਰੱਖਦੇ ਆ, ਉਹਨਾਂ ਨੇ ਵੀ ਮੰਗ ਪੱਤਰ ਦਿੱਤਾ। ਉੱਥੇ ਜਾ ਕੇ ਆਪਾਂ ਜਲਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਨਾਲ ਤਾਲਮੇਲ ਕਰਕੇ ਤੇ ਆਪਾਂ ਵਿਸਥਾਰ ਨਾਲ ਆਪਣੀਆਂ ਮੰਗਾਂ ਦੱਸਾਂਗੇ ਕਿ ਸਾਡੇ ਨਾਲ ਕਦੋਂ ਤੇ ਹੁਣ ਵੀ ਵਿਤਕਰਾ ਹੋ ਰਿਹਾ। ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਅਕਸਰ ਅਸੀਂ ਕਹਿੰਦੇ ਹੁੰਦੇ ਸੀ ਕਿ ਅਨੁਸੂਚਿਤ ਸਮਾਜ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਸੀ। ਇਹ ਸੱਚੀ ਗੱਲ ਹੈ ਕਿ ਅਸੀਂ ਸਿਰਫ ਵੋਟਾਂ ਪਾ ਕੇ ਸਰਕਾਰਾਂ ਬਣਾਉਣ ਵਾਲੇ ਆ, ਸਾਡੇ ਹੱਥ ਕਮਾਂਡ ਜਾਂ ਵਾਗਡੋਰ ਨਹੀਂ ਹੁੰਦੀ। ਤੁਸੀਂ ਮੰਗ ਕੀਤੀ ਹੈ ਇਕੱਲੀ 2% ਬਾਵਰੀਆ ਸਮਾਜ ਨੂੰ, ਮੈਂ ਉਹਦੇ ਨਾਲ ਅੱਗੇ ਵਧਾਉਣਾ ਕਿ ਸਾਨੂੰ ਰਾਜਨੀਤਿਕ ਤੌਰ ਤੇ ਵੀ ਜਿਹੜੀ ਰਿਜ਼ਰਵੇਸ਼ਨ ਹੈ, ਜਿਸ ਤਰ੍ਹਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ 34 MLA ਰਿਜ਼ਰਵ ਹੁੰਦੇ। ਮੈਂ ਜਨਰਲ ਸੀਟ ਤੋਂ ਜਿੱਤਿਆ, ਹੋਰ ਵੀ ਮੇਰੇ ਨਾਲ 4 ਸੱਜਣ ਹੈ ਜਿਹੜੇ ਜਨਰਲ ਸੀਟ ਤੋਂ ਜਿੱਤੇ ਹੈ। ਸੰਵਿਧਾਨਕ ਹੱਕ ਲੈਣ ਵਾਸਤੇ ਕਾਫੀ ਕੁਛ ਕਰਨ ਦੀ ਲੋੜ ਹੈ। ਆਪਾਂ ਇਕੱਠੇ ਹੋਵਾਂਗੇ ਹੋ ਜਾਏਗਾ, ਤੇ ਜੇ ਅੱਡ ਅੱਡ ਚੱਲਦੇ ਰਹਾਂਗੇ ਕੁਛ ਨਹੀਂ ਹੋਣਾ। ਠੀਕ ਹੈ, ਜਿਸ ਤਰ੍ਹਾਂ ਪਿੱਛੇ ਆਪਾਂ ਵੇਖਦੇ ਹਾਂ ਕਿ ਕੁਝ ਆਤਮ ਹੱਤਿਆਵਾਂ ਕਰਦੇ ਲੋਕ। ਕਦੇ ਬੌਰੀਆ ਸਮਾਜ ਦੇ ਵਿੱਚ ਤੁਹਾਨੂੰ ਆਤਮ ਹੱਤਿਆ ਕਰਨ ਵਾਲਾ ਕਦੇ ਵੀ ਨਹੀਂ ਮਿਲਿਆ, ਮਿਹਨਤ ਮਾਰ ਕੇ ਰੋਟੀ ਖਾਣ ਵਾਲੇ ਨੇ। ਇੱਕ ਹੋਰ ਬੜੀ ਪ੍ਰਸ਼ੰਸਾ ਵਾਲੀ ਗੱਲ ਹੈ ਕਿ ਕਾਫੀ ਜ਼ਮੀਨਾਂ ਦੇ ਮਾਲਕ ਬਿਰਧ ਆਸ਼ਰਮਾਂ 'ਚ ਚਲੇ ਜਾਂਦੇ ਕਿ ਮੈਨੂੰ ਪੁੱਤਰ ਰੋਟੀ ਨਹੀਂ ਦਿੰਦੇ। ਬੌਰੀਆ ਸਮਾਜ ਦੇ ਵਿੱਚ ਇਹ ਪਰੰਪਰਾ ਨਹੀਂ ਹੈ। ਗਰੀਬੀ ਸਰੀਬੀ ਵਿੱਚ ਰਹਿੰਦੇ ਹੋਏ ਆਪਣੇ ਬਾਪ ਨੂੰ ਆਪ ਪਾਲਦੇ। ਕਦੇ ਕਿਸੇ ਨੇ ਆਪਣੀ ਮਾਂ ਜਾਂ ਬਾਪ ਨੂੰ ਬਿਰਧ ਆਸ਼ਰਮ 'ਚ ਨਹੀਂ ਛੱਡਿਆ। ਇਸ ਤੋਂ ਵੱਡੀ ਹੋਰ ਤਰੀਕੇ ਕੀਤੀ ਜਾ ਸਕਦੀ। ਭਾਵੇਂ ਮਿਹਨਤ ਕਰਕੇ ਰੋਟੀ ਖਾਂਦੇ, ਜਦੋਂ ਆਪਣੇ ਮਾਂ-ਬਾਪ ਨੂੰ ਆਪਾਂ ਕਿਸੇ ਬਿਰਧ ਆਸ਼ਰਮ 'ਚ ਛੱਡਦੇ ਆ ਤਾਂ ਲਾਂਤ ਉਹਨਾਂ ਲੋਕਾਂ ਨੂੰ ਜਿਹੜੇ ਜ਼ਮੀਨਾਂ ਜਾਇਦਾਦਾਂ ਹੁੰਦੇ ਹੋਇਆ ਵੀ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਕਿ ਸਾਥੋਂ ਨਹੀਂ ਪਾਲੇ ਜਾਂਦੇ। ਮੈਂ ਤਾਂ ਨੌਕਰੀ ਕਰਦਾ ਸੀ ਜਦੋਂ ਪੰਜਾਬ ਪੁਲਿਸ 'ਚ, ਉਦੋਂ ਕਾਫੀ ਇਹੋ ਜਿਹੇ ਹੁੰਦੇ ਸੀ ਮਾਮਲੇ ਕਿ 40 ਕਿੱਲੇ ਜ਼ਮੀਨ ਹੈ ਜੀ, 4 ਮੁੰਡੇ, ਰੋਟੀ ਮੈਨੂੰ ਕੋਈ ਨਹੀਂ ਦਿੰਦਾ। ਤੇ ਜਦੋਂ ਗੱਲ ਕਰਨਗੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨਗੇ। ਤੁਸੀਂ ਉਹਨਾਂ ਨਾਲੋਂ ਚੰਗੇ ਹੋ ਜਿਹੜੇ ਜ਼ਮੀਨ ਜਾਇਦਾਦ ਹੁੰਦਿਆਂ ਹੋਇਆਂ ਵੀ ਆਪਣੇ ਮਾਂ ਬਾਪਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਦੇ ਆ। ਇਸ ਲਈ ਬੌਰੀਆ ਸਮਾਜ ਜ਼ਿੰਦਾਬਾਦ। ਇੱਥੇ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਅਨੁਸੂਚਿਤ ਸਮਾਜ ਨੂੰ 25% ਰਿਜ਼ਰਵੇਸ਼ਨ ਦਿੱਤਾ ਜਾਂਦਾ, ਉਹਦੇ ਵਿੱਚ 12.5 ਦੇ ਵਿੱਚ ਬਾਲਮੀਕੀ ਤੇ ਮਜਬੀ ਸਿੱਖ,
12.5 ਦੇ ਵਿੱਚ ਹੈਗੇ ਰਾਮਦਾਸ ਐਂਡ ਅਦਰਸ, ਉਹ ਅਦਰ ਦੇ ਵਿੱਚ ਆਪਾਂ ਸਾਰੇ ਆ ਜਾਂਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਜੇ ਐਸਟੀ ਦਾ ਰਿਜ਼ਰਵ ਕੋਟਾ ਜਿਹੜਾ 2% ਜਾਂ 3% ਦਿੱਤਾ ਜਾਵੇ ਭਾਰਤ ਲੈਵਲ ਤੇ, ਤਾਂ ਸਾਡੇ ਵੀ IAS IPS ਬਣ ਸਕਦੇ ਸੀ। ਸਾਡੇ ਬੱਚਿਆਂ ਕੋਲ ਟੈਲੈਂਟ ਕਾਫੀ ਹੈ, ਪੜ੍ਹੇ ਲਿਖੇ ਵੀ ਹੈ, ਪਰ ਮਾਰ ਕਿੱਥੇ ਖਾਂਦੇ ਆ ਕਿ ਗਰੀਬ ਹੈ, ਮਿਹਨਤ ਵੀ ਕਰਨੀ ਪੈਂਦੀ ਹੈ। ਜ਼ਿਆਦਾ ਦੱਸਾਂਗੇ ਤਾਂ ਕਹਿਣਗੇ ਆਪਣੀ ਪ੍ਰਚਾਰ ਕਰਦੇ। ਮੈਂ ਵੀ ਦਿਹਾੜੀ ਕਰਦਾ ਰਿਹਾ, ਝੋਨਾ ਲਾਉਣ ਲੁਧਿਆਣੇ ਜਾਂਦਾ ਸੀ ਜਦੋਂ ਗਰੀਬੀ ਸੀ। ਚਲੋ ਗਰੀਬੀ ਤਾਂ ਹੋ ਜਾਵੇ ਪਰ ਬਦਨਸੀਬੀ ਨਾ ਹੋਵੇ। ਬਦਨਸੀਬੀ ਲੋਕ ਜਦੋਂ ਅਸੀਂ ਆਪ ਇਕੱਠੇ ਨਹੀਂ ਹੁੰਦੇ, ਅਸੀਂ ਆਪ ਖਰੀਦਦੇ ਹਾਂ। ਅਸੀਂ ਬਚਣਾ, ਅਸੀਂ ਇਕੱਠੇ ਹੋ ਕੇ ਬਦਨਸੀਬ ਨਹੀਂ ਬਣਨਾ। ਮੰਗ ਰੱਖੀ ਸੀ ਕਿ ਮਾਨ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ। ਮੀਟਿੰਗ ਕਰਵਾਵਾਂਗੇ, ਵਕਾਲਤ ਮੈਂ ਕਰਾਂਗਾ ਤੁਹਾਡੀ, ਕਿਉਂਕਿ ਮੈਂ ਵੀ ਉਸੇ ਸਮਾਜ ਦਾ ਹਿੱਸਾ। ਗਰੀਬ ਨੂੰ ਅੱਜ ਤੱਕ ਵੋਟ ਬੈਂਕ ਦੇ ਤੌਰ ਤੇ ਵਰਤਿਆ ਗਿਆ, ਪਰ ਹੁਣ ਅਸੀਂ ਨਹੀਂ ਵਰਤੇ ਜਾਣਾ। ਹੁਣ ਅਸੀਂ ਆਪਣੀ ਹੋਂਦ ਕਾਇਮ ਕਰਨੀ ਹੈ। ਆਪਣੀ ਹੋਂਦ ਕਾਇਮ ਕਰਾਂਗੇ ਤਾਂ ਸਾਡੀ ਪਛਾਣ ਬਣੇਗੀ। ਅਸੀਂ ਇਕੱਠੇ ਹੋ ਕੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਆਪਸ ਵਿੱਚ ਘਰ ਵਿੱਚ ਕਿਤੇ ਮਾੜਾ ਮੋਟਾ ਸਾਰਿਆਂ ਦੀ ਹੋ ਜਾਂਦਾ ਥੋੜ੍ਹਾ ਬਹੁਤ, ਪਰ ਜਿੱਥੇ ਸਮਾਜ ਦੀ ਗੱਲ ਹੁੰਦੀ ਉੱਥੇ ਅੱਡ ਨਾ ਹੋਇਆ ਕਰੋ। ਕਬੀਲਿਆਂ ਦੇ ਵਿੱਚ ਉਹੀ ਕਬੀਲਾ, ਜਿਸ ਤਰ੍ਹਾਂ ਤੁਸੀਂ ਬੌਰੀਆ ਸਿੱਖ ਸਮਾਜ ਦੀ ਕਬੀਲੇ ਦੀ ਗੱਲ ਕਰਦੇ ਹੋ, ਅਸੀਂ ਵੀ ਕਬੀਲਿਆਂ 'ਚ ਰਹਿੰਦੇ ਸੀ। ਕਬੀਲਿਆਂ ਦੀ ਸਿਫਤ ਹੁੰਦੀ ਹੈ ਕਿ ਲੜਾਈ ਝਗੜਾ ਹੋ ਜਾਵੇ, ਥਾਣੇ ਨਹੀਂ ਜਾਂਦੇ, ਘਰੇ ਬੈਠ ਕੇ ਹੱਲ ਕਰ ਲੈਂਦੇ ਨੇ। ਜੇ ਕੋਈ ਵੱਡਾ ਜੁਰਮ ਹੋਇਆ ਤਾਂ ਭਾਵੇਂ ਚਲੇ ਜਾਣ, ਨਹੀਂ ਤਾਂ ਉੱਥੇ ਬਰਾਦਰੀ ਇਕੱਠੀ ਹੁੰਦੀ ਹੈ। ਜਿਹਦਾ ਕਸੂਰ ਹੁੰਦਾ ਉਹਨੂੰ ਲਾਹਨਤਾਂ ਪਾਉਂਦੇ ਆ, ਜਿਹਦਾ ਕਸੂਰ ਨਹੀਂ ਹੁੰਦਾ ਉਹਨੂੰ ਮਨਾ ਲੈਂਦੇ ਆ ਕਿ ਚੱਲ ਭਾਈ ਇਹਨੇ ਗਲਤੀ ਕਰ ਲਈ ਹੈ, ਅੱਗੇ ਤੋਂ ਨਹੀਂ ਕਰਦਾ, ਉੱਥੇ ਹੀ ਨਿਬੇੜ ਦਿੰਦੇ ਨੇ। ਇਹ ਬਹੁਤ ਵੱਡੀ ਤਾਰੀਫ ਹੈ ਕਬੀਲਿਆਂ ਦੀ, ਵਿਮੁਕਤ ਜਾਤੀ ਦੇ ਕਬੀਲਿਆਂ ਦੀ ਖਾਸ ਕਰ। ਆਜ਼ਾਦੀ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਸੀ ਕਿ ਬਹੁਤ ਵੱਡਾ ਯੋਗਦਾਨ ਸੀ, ਪਰ ਉਹ ਚਮਕ ਨਹੀਂ ਸਕੇ। ਆਜ਼ਾਦੀ ਘਲਾਟੀਆਂ 'ਚ ਨਹੀਂ ਆ ਸਕੇ, ਜਾਂ ਜਿੱਥੇ ਨਾਂ ਲਿਖੇ ਗਏ, ਕਿਉਂ ਨਹੀਂ ਲਿਖੇ ਗਏ? ਅਨਪੜ੍ਹ ਸੀ ਤੇ ਜੰਗਲਾਂ ਵਿੱਚ ਰਹਿੰਦੇ ਰਹੇ, ਆਪਣੀ ਜਾਨ ਬਚਾਉਂਦੇ ਰਹੇ, ਪਰ ਉਸ ਪਾਸੇ ਨਾਂ ਨਹੀਂ ਆਇਆ। ਕੋਈ ਗੱਲ ਨਹੀਂ, ਅੱਜ ਸਮਾਂ ਸਾਡੇ ਕੋਲੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਿਹੜੀ ਸੋਚ ਹੈ ਉਹਦੇ ਨਾਲ ਖੜੇ ਹਾਂ। ਉਹਨਾਂ ਨੇ ਸਾਨੂੰ ਰਾਹ ਦੱਸਿਆ, ਅਸੀਂ ਉਸ ਰਾਹ 'ਤੇ ਚੱਲਦੇ ਹੋਏ ਆਪਣੇ ਆਪ ਨੂੰ ਦਿਖਾ ਸਕਦੇ ਹਾਂ ਕਿ ਸਾਡੀ ਵੀ ਕੋਈ ਹੋਂਦ ਹੈ ਭਾਰਤ ਦੇ ਵਿੱਚ। ਗੱਲਾਂ ਬਾਤਾਂ ਬਹੁਤ ਮਨ ਭਰਿਆ ਹੁੰਦਾ। ਮੇਰੇ ਕੋਲੇ 2-4 ਗੱਲਾਂ ਮੈਂ ਨੋਟ ਜ਼ਰੂਰ ਕੀਤੀਆਂ ਸੀ, ਜਿਸ ਤਰ੍ਹਾਂ ਕਿ ਮੰਗ ਪੱਤਰ ਬਹੁਤ ਵੱਡਾ ਹੈ। ਇਹ ਸਾਰਾ ਹੀ ਠੀਕ ਹੈ, ਇਹਦੇ 'ਚ ਕੁਝ ਵੀ ਗਲਤ ਨਹੀਂ ਹੈ। ਇਹੀ ਸੀ ਕਿ ਇਸ ਤੋਂ ਪਹਿਲਾਂ ਸਾਡੇ ਕੋਲੇ ਕੋਈ ਲੀਡਰ ਨਹੀਂ ਸੀ। ਫਿਰ ਮੈਨੂੰ ਦੁਬਾਰਾ ਗੱਲ ਕਰਨੀ ਪੈ ਰਹੀ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿੰਨਾ ਕੁਝ ਕੀਤਾ, ਉਹ ਇੱਕ ਪੜ੍ਹੇ ਲਿਖੇ ਸੀ, ਕਿੰਨਾ ਕਰ ਗਏ। ਅਸੀਂ ਅੱਜ ਕਿੰਨੇ ਪੜ੍ਹੇ ਲਿਖੇ ਹਾਂ। ਸਾਡੇ ਮੁੰਡੇ ਸਾਰੇ ਨੌਕਰੀਆਂ, ਕੋਈ ਮਾਸਟਰ ਲੱਗਿਆ, ਕੋਈ ਡਾਕਟਰ ਲੱਗਿਆ, ਕੋਈ ਪੁਲਿਸ ਵਿੱਚ ਹੈ, ਕਾਫੀ ਪੜ੍ਹੇ ਲਿਖੇ। ਤਾਂ ਉਹ ਇਕੱਲੇ ਜਿਹੜੇ ਇੰਨਾ ਕੁਝ ਕਰ ਗਏ ਸੀ ਕਿ ਅਸੀਂ ਇੰਨੇ ਪੜ੍ਹ ਲਿਖ ਕੇ ਵੀ ਆਪਣੇ ਸਮਾਜ ਲਈ ਦੀ ਕੋਸ਼ਿਸ਼ ਕਰ ਰਹੇ। ਇੱਕ ਮੈਂ ਉਹਨਾਂ ਲੋਕਾਂ ਨੂੰ ਲਾਹਨਤ ਪਾਵਾਂਗਾ ਜਿਹੜੇ ਲੋਕ ਪੜ੍ਹ ਲਿਖ ਕੇ ਕਿ ਜਦੋਂ ਕਿਸੇ ਰੁਤਬੇ ਤੇ ਪਹੁੰਚ ਜਾਂਦੇ ਆਪਣੀ ਜਾਤ ਬਦਲ ਕੇ ਹੋਰਨਾਂ ਜਾਤਾਂ 'ਚ ਵਿਆਹ ਕਰਾ ਲੈਂਦੇ ਨੇ। ਉਹ ਨਿੰਦਣਯੋਗ ਹੈ। ਅਜਿਹਾ ਕੋਈ ਨਾ ਕਰੇ। ਆਪਣੇ ਕਬੀਲੇ ਵਿੱਚ ਰਹਿ ਕੇ ਆਪਣੀ ਹੋਂਦ ਨੂੰ ਖਰਾਬ ਨਾ ਕਰੀਏ। ਮਾਣ ਨਾਲ ਦੱਸੀਏ ਕਿ ਅਸੀਂ ਉਸ ਕੰਮ 'ਚ ਪੈਦਾ ਹੋਏ ਹਾਂ, ਤੇ ਆਪਣੇ ਵਿਆਹ ਆਪਣੇ ਕਬੀਲੇ 'ਚ ਹੀ ਕਰਾਇਆ ਕਰੋ। ਇਹ ਨਹੀਂ ਕਿ ਜਿਹੜਾ ਕੋਈ ਡਾਕਟਰ ਜਾਂ ਮਾਸਟਰ ਲੱਗ ਗਿਆ, ਚੰਗੇ ਰੁਤਬੇ ਤੇ ਪਹੁੰਚ ਗਿਆ, ਤੇ ਉਹ ਸ਼ਾਦੀ ਕਿਸੇ ਹੋਰ ਕੈਟਾਗਰੀ 'ਚ ਕਰਾ ਲਵੇ। ਹਾਂ ਠੀਕ ਹੈ, ਜੇ ਪੜ੍ਹਾਈ ਲਿਖਾਈ ਦੇ ਤੌਰ ਤੇ ਕਿਤੇ ਕੋਈ ਗੱਲ ਹੈ ਤਾਂ, ਪਰ ਇਸ ਤਰ੍ਹਾਂ ਨਾ ਹੋਵੇ ਕਿ ਆਪਣੀ ਜਾਤ ਛਪਾਈ ਜਾਵੇ ਕਿ ਮੈਂ ਤਾਂ ਕੁਝ ਹੋਰ ਆ। ਆਪਣੀ ਜਾਤ ਨਹੀਂ ਛਪਾਉਣੀ, ਅਸੀਂ ਦੱਸਣਾ ਕਿ ਅਸੀਂ ਜਿਹੜੇ ਸਮਾਜ ਵਿੱਚ ਪੈਦਾ ਹੋਏ ਤੇ ਅਸੀਂ ਅੱਗੇ ਕੀ ਕਰਨਾ। ਜੱਟ ਸਿੱਖ ਬਰਾਦਰੀ ਦੇ ਵੀ ਸੱਜਣ ਬੈਠੇ ਹੋਣਗੇ। ਇੱਕ ਮੇਰੇ ਕੋਲ ਕਿਤਾਬ ਹੈ ਜਿਹਦੇ ਵਿੱਚ ਲਿਖਿਆ ਕਿ ਜੱਟ ਇਜ਼ ਆਲਸੋ ਸ਼ੂਦਰ। ਜੱਟ ਸਿੱਖ ਭਾਈਚਾਰਾ ਵੀ ਸ਼ੂਦਰ ਸਮਾਜ ਨਾਲ ਸੰਬੰਧਿਤ ਹੈ, ਪਰ ਫਰਕ ਇੰਨਾ ਸੀ ਕਿ ਉਸ ਵੇਲੇ ਦੇ ਜਿਹੜੇ ਖੱਤਰੀ ਕੁਲ ਦੇ ਲੋਕ ਹੁੰਦੇ ਸੀ, ਉਹ ਜੱਟ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਹੱਥ 'ਚੋਂ ਪਾਣੀ ਪੀ ਲੈਂਦੇ ਸੀ, ਸਾਡੇ ਕੋਲੋਂ ਪਾਣੀ ਵੀ ਨਹੀਂ ਪੀਂਦੇ ਸੀ। ਉਹ ਗੱਲਾਂ ਬੀਤ ਗਈਆਂ, ਪਰ ਉਹ ਯਾਦ ਰੱਖਣੀਆਂ ਤਾਂ ਪੈਂਦੀਆਂ ਕਿ ਉਦੋਂ ਵੀ ਵਿਤਕਰਾ ਹੁੰਦਾ ਸੀ, ਹੁਣ ਕਿਉਂ ਹੋਵੇ। ਹੁਣ ਅਸੀਂ ਪੜ੍ਹ ਲਿਖ ਕੇ ਅਜੇ ਵੀ ਵਿਤਕਰੇ ਹੋ ਰਹੇ। ਇਹ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਹ ਅਸੀਂ ਤਾਂ ਹੀ ਲੜ ਸਕਾਂਗੇ ਜੇ ਅਸੀਂ ਇਕੱਠੇ ਹੋਵਾਂਗੇ। ਇਹ ਕੰਮ ਜਦੋਂ ਨਸ਼ੇ ਪੱਤਿਆਂ ਤੋਂ ਦੂਰ ਹੋ ਕੇ ਆਪਣੀ ਹੋਂਦ ਬਚਾਉਣ ਵਾਸਤੇ ਅੱਗੇ ਵਧਾਂਗੇ ਤਾਂ ਬਚ ਸਕਦੇ ਹਾਂ। ਜਦੋਂ ਕੋਈ ਗਰੀਬ ਆਦਮੀ ਕਿਸੇ ਨਾਲ ਨੌਕਰੀ ਕਰਦਾ, ਸੀਰੀ ਪਾਣੀ ਲੱਗਦਾ, ਤਾਂ ਉਸ ਵੇਲੇ ਮਨਸ਼ਾ ਇਹ ਹੁੰਦੀ ਹੈ ਕਿ ਨਸ਼ੇ ਪੱਤੇ 'ਤੇ ਲਾਇਆ ਜਾਵੇ। ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੀ ਮਨਸ਼ਾ ਇਹ ਸੀ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਤੇ ਲਾਇਆ ਜਾਵੇ। ਅਗਰ ਇਹ ਨਸ਼ੇੜੀ ਹੋ ਜਾਣਗੇ ਤਾਂ ਫਿਰ ਇਹ ਨਸ਼ੇੜੀ ਹੋ ਜਾਣਗੇ, ਬਰਾਬਰ ਸਾਡੇ ਰਾਜਨੀਤੀ 'ਚ ਹਿੱਸਾ ਨਹੀਂ ਲੈਣਗੇ। ਇਹ ਵੀ ਚੱਲਦਾ ਰਿਹਾ।
ਆਪਾਂ ਪੜ੍ਹ ਲਿਖ ਕੇ ਹੁਣ ਸਿਆਣੇ ਹੋ ਗਏ, ਹੁਣ ਇਹੋ ਜਿਹੀ ਮਾਰ ਥੱਲੇ ਨਾ ਆਇਓ। ਪਹਿਲਾਂ ਲੋਕ ਮੁਫਤ ਖਵਾਉਂਦੇ ਤੇ ਬਾਅਦ 'ਚ ਜਦੋਂ ਨਸ਼ੇੜੀ ਹੋ ਜਾਂਦੇ ਫਿਰ ਜਿਵੇਂ ਟਰਾਲੀ ਦੇ ਮਗਰ ਲਿਖਿਆ ਹੁੰਦਾ ਨਿੱਤ ਮੰਗੂ ਨਹੀਂ ਮਿਲਣੀ ਆਪਣੀ ਬਣਾ ਲਾ ਮਿੱਤਰਾ। ਨਸ਼ੇ ਤੇ ਲਾ ਕੇ ਫਿਰ ਕਹਿਣਗੇ ਪੈਸੇ ਲਿਆ ਜਿੱਥੋਂ ਲਿਆਉਣੇ ਆ, ਚੋਰੀ ਕਰਕੇ ਲਿਆ, ਘਰੋਂ ਲੜ ਕੇ ਲਿਆ। ਬੱਚਿਆਂ ਦੀ ਜਿਹੜੀ ਮਹਿਫਲ ਹੈ ਬਹਿਣ ਉੱਠਣਾ, ਕੰਮ ਵਿੱਚ ਲੱਗਿਆ ਰਹੇ ਬੰਦਾ ਹਮੇਸ਼ਾ ਠੀਕ ਰਹਿੰਦਾ। ਜਦੋਂ ਕੰਮ ਤੋਂ ਦੂਰ ਹੋ ਜਾਂਦਾ ਫਿਰ ਮਨ ਸ਼ੈਤਾਨ ਦਾ ਘਰ ਹੁੰਦਾ। ਮੇਰੇ ਨੌਜਵਾਨ ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਦੇ ਵਿੱਚ ਵੀ ਨੌਜਵਾਨਾਂ ਦਾ ਯੋਗ ਸੀ, ਬਹੁਤ ਵੱਡਾ ਯੋਗਦਾਨ ਹੈ। ਬਾਕੀ ਰਵਾਇਤੀ ਪਾਰਟੀਆਂ ਦੀ ਦਲ ਵਿੱਚ ਫਸੇ ਹੋਏ ਸੀ ਲੋਕ ਸਾਰੇ, ਉੱਥੋਂ ਨਿਕਲਣਾ ਬੜਾ ਮੁਸ਼ਕਲ ਸੀ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਜਿੰਨੇ ਵੀ ਬੈਠੇ ਹੋ ਬੜੇ ਧਿਆਨ ਨਾਲ ਸੁਣ ਰਹੇ ਹੋ ਕਿ ਜਿਹੜੇ ਉਹ ਲੋਕ ਕਹਿੰਦੇ ਸੀ ਵੀ ਪਹਿਲਾਂ ਪਿਓ ਫਿਰ ਪੁੱਤਰ, ਜਿਨ੍ਹਾਂ ਦੇ ਕਮਲੇ ਲਮਲੇ ਵੀ ਰਾਜ ਕਰਦੇ ਰਹੇ। ਇਹ ਕਹਾਵਤ ਹੈ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਜਿਨ੍ਹਾਂ ਨੂੰ ਆਪਣੇ ਬਾਪ ਤੇ ਬਾਪ ਸਮਾਨ 'ਚ ਫਰਕ ਨਹੀਂ ਹੁੰਦਾ, ਉਹ ਲੋਕ ਮੁੱਖ ਮੰਤਰੀ ਦੇ ਸੁਪਨੇ ਲੈਂਦੇ ਸੀ। ਮੁੱਖ ਮੰਤਰੀ ਤੁਹਾਡੇ ਵਿੱਚੋਂ ਹੀ ਬਣਨਗੇ, ਆਮ ਲੋਕਾਂ ਦੇ ਬਣਨਗੇ, ਆਮ ਲੋਕ ਚੁਣੇ ਜਾ ਕਰਨਗੇ। ਜਦੋਂ ਅਸੀਂ ਆਪਣੀ ਦਾੜੀ ਕਿਸੇ ਦੇ ਹੱਥ ਫੜਾਉਂਦੇ ਰਹੇ ਤਾਂ ਜੋ ਮਰਜ਼ੀ ਕਰ ਲਓ। ਇਸ ਤਰ੍ਹਾਂ ਨਾ ਕਰੀਏ। ਅਸੀਂ ਆਮ ਲੋਕਾਂ ਵਿੱਚੋਂ, ਆਮ ਸਧਾਰਨ ਘਰਾਂ ਵਿੱਚੋਂ ਹੀ ਆਪਣੇ ਲੀਡਰ ਚੁਣੀਏ। ਜਿਹੜੇ ਜੱਦੀ ਪੁੱਛੀ ਘਰਾਣੇ ਉਹਨਾਂ ਨੂੰ ਨਕਾਰ ਦਈਏ। ਉਹਨਾਂ ਨੇ ਦੇਸ਼ ਨੂੰ ਵੀ ਬਰਬਾਦ ਕੀਤਾ, ਧਰਮ ਨੂੰ ਬਰਬਾਦ ਕੀਤਾ, ਧਰਮ ਦਾ ਸਹਾਰਾ ਲੈ ਕੇ ਰਾਜਨੀਤੀ ਕਰਦੇ ਰਹੇ। ਮੇਰੀਆਂ ਅਕਸਰ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਧਰਮ ਦਾ ਸਹਾਰਾ ਲੈ ਕੇ ਰਾਜਨੀਤੀ ਕੀਤੀ ਹੈ, ਗੁੰਡਾਗਰਦੀ ਕੀਤੀ, ਨਸ਼ਿਆਂ ਸ਼ਰਾਬਾਂ 'ਚ ਰੋਲੀ ਰੱਖਿਆ ਗਰੀਬ ਸਮਾਜ ਨੂੰ, ਉਹ ਸਮਾਂ ਨਹੀਂ ਰਿਹਾ। ਉਹ ਭੁਲੇਖੇ ਸੀ, ਹੁਣ ਵੀ ਇਹੋ ਜਿਹਾ ਕੰਮ ਕਰ ਰਹੇ ਨੇ। ਜਿੱਥੇ ਕਿਤੇ ਜਾਂਦੇ ਆ ਪ੍ਰਚਾਰ ਕਰਦੇ ਜੀ ਕੰਮ ਨਹੀਂ ਹੋ ਰਿਹਾ, ਆਮ ਆਦਮੀ ਪਾਰਟੀ 'ਚ ਕੰਮ ਨਹੀਂ ਹੋ ਰਿਹਾ। ਕੰਮ ਹੋ ਰਿਹਾ, ਬਹੁਤ ਵਧੀਆ ਹੋ ਰਿਹਾ। ਉਹਨਾਂ ਵਾਲੇ ਕੰਮ ਨਹੀਂ ਹੋ ਰਹੇ। ਬਸ ਜਿਹੜੀ ਉਹ ਚੀਜ਼ ਚਾਹੁੰਦੇ ਸੀ, ਬਦਲੀਆਂ ਦੇ ਪੈਸੇ ਲੈਣੇ, ਲੜਾਈਆਂ ਝਗੜੇ ਕਰਾਉਣੇ, ਪਿੰਡਾਂ 'ਚ ਪਾਰਟੀਬਾਜ਼ੀ ਪੈਦਾ ਕਰਨੀ, ਉਹ ਕੰਮ ਨਹੀਂ ਹੋ ਰਹੇ। ਬਾਕੀ ਸਾਰੇ ਹੋ ਰਹੇ। ਦੁਨੀਆ ਦੇ ਵਿੱਚ ਪਹਿਲੀ ਮਿਸਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਵਿਧਾਇਕ ਜਾਂ ਇੱਕ MP ਇੱਕ ਪੈਨਸ਼ਨ। MP ਤਾਂ ਚਲੋ ਸੈਂਟਰ ਦਾ ਮਸਲਾ। ਪੰਜਾਬ ਦੇ ਵਿੱਚ ਕਿੰਨੇ ਵਿਧਾਨਕਾਰ ਸੀ ਜਿਹੜੇ 5, 7, 2, 3, 10 ਤੱਕ ਪੈਨਸ਼ਨਾਂ ਲੈਂਦੇ ਸੀ? ਕਿ ਇੱਕ ਵਿਧਾਨਕਾਰ ਜਦੋਂ 10 ਵਾਰੀ MLA ਬਣ ਜਾਂਦਾ, ਉਹਦੇ 10 ਮੂੰਹ ਲੱਗ ਜਾਂਦੇ, 10 ਢਿੱਡ ਲੱਗ ਜਾਂਦੇ। ਢਿੱਡ ਇੱਕੋ ਰਹਿੰਦਾ, ਮੂੰਹ ਵੀ ਇੱਕ ਰਹਿੰਦਾ। 10 ਵਾਰੀ ਪੈਨਸ਼ਨ ਕਿਉਂ ਲੈਂਦੇ ਸੀ? ਇਹ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਮਾਈਨਿੰਗ ਦਾ ਕੀ ਕਰਦੇ ਸੀ ਹਾਲ। ਇੱਥੇ ਸਾਡੇ ਗੁਰੂ ਸਾਹਿਬ ਹਲਕੇ ਦੇ ਵਿੱਚ ਹਜ਼ਾਰਾਂ ਕਿੱਲੇ ਧਰਤੀ ਨੀਵੀਂ ਕਰ ਦਿੱਤੀ। ਆਹ ਹਿਸਾਬ ਕਿਤਾਬ ਦੇਣਾ ਪੈਣਾ ਉਹਨਾਂ ਲੋਕਾਂ ਨੂੰ ਵੀ। ਅਸੀਂ ਜਦੋਂ ਤੱਕ ਸੁੱਤੇ ਰਹੇ ਵੀ ਚੱਲ ਛੱਡੋ ਯਾਰ ਆਪਣਾ ਕੀ ਹੈ, ਜੋ ਮਰਜ਼ੀ ਹੋਈ ਜਾਂਦਾ, ਉਦੋਂ ਤੱਕ ਸਾਡਾ ਨੁਕਸਾਨ ਹੋਇਆ। ਅੱਜ ਤੁਸੀਂ ਸਾਰੇ ਜਾਗੇ ਹੋ। ਗੱਲ ਵਿਤਕਰੇ ਦੀ ਕਰ ਰਿਹਾ ਸੀ ਮੈਂ, ਦੁਬਾਰਾ ਫਿਰ ਮੇਰੇ ਮਨ 'ਚ ਯਾਦ ਆ ਕਿ ਕੋਈ ਜਨਰਲ ਕੈਟਾਗਰੀ ਦਾ ਮਹਿਸੂਸ ਨਾ ਕਰੇ। ਅੱਜ ਉਹਨਾਂ ਵਿਤਕਰਾ ਨਹੀਂ ਹੋ ਰਿਹਾ। ਹੁਣ ਤਾਂ ਸਾਂਝਾ ਬੜੀਆਂ ਕੰਮਕਾਰ ਇਕੱਠੇ ਕਰਦੇ ਆ, ਕਾਰੋਬਾਰ ਵੀ ਸਾਂਝੇ ਹੈ, ਕੋਈ ਵਿਤਕਰਾ ਨਹੀਂ ਕਰਦਾ। ਇਹ ਕੁਝ ਪੁਰਾਣੇ ਸਮੇਂ ਦੀ ਗੱਲ ਸੀ, ਪਰ ਅੱਜ ਵੀ ਜੇ ਕੋਈ ਕਰਦਾ ਹੈ ਤਾਂ ਉਹਦੇ ਖਿਲਾਫ ਕਾਨੂੰਨ ਨੇ ਬਹੁਤ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ। ਜਿਸ ਤਰ੍ਹਾਂ SC ਐਕਟ ਦੇ ਤਹਿਤ ਪਰਚਾ ਦਰਜ ਹੋ ਜਾਂਦਾ। ਬਹੁਤ ਘੱਟ ਬੰਦੇ ਜਿਹੜੇ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ, ਨਹੀਂ ਤਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਜਾਤੀ ਸੂਚਕ ਸ਼ਬਦ ਕੋਈ ਨਹੀਂ ਬੋਲਦਾ। ਜਿਹੜਾ ਬੋਲਦਾ ਫਿਰ ਉਹ ਕਾਨੂੰਨ ਦੇ ਸ਼ਿਕੰਜੇ 'ਚ ਆ ਜਾਂਦਾ। ਗੱਲ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਸਰਬ ਸਾਂਝੇ ਕੰਮ ਕਰਦੀ ਹੈ। ਇਸ ਤਰ੍ਹਾਂ ਨਹੀਂ ਕਿ ਇਹ ਮੇਰੀ ਲੜਕੀ ਹੈ, ਮੇਰਾ ਬੱਚਾ ਬੇਟਾ, ਇਹਨੂੰ ਨੌਕਰੀ ਦਿੱਤੀ ਜਾਏ ਬਾਕੀ ਰਹਿ ਜਾਏ। ਪਹਿਲਾਂ ਇਹ ਹੁੰਦਾ ਸੀ ਕਿ MLA ਨੂੰ ਕਹਿ ਦੇਣਾ ਕਿ ਤੁਸੀਂ 10-10, 20-20 ਬੰਦਿਆਂ ਦੀ ਲਿਸਟਾਂ ਬਣਾ ਦਿਓ ਤੇ ਉਹੀ ਫਲੈਸ਼ ਹੋ ਜਾਣਗੇ, ਨੌਕਰੀਆਂ ਮਿਲ ਜਾਣਗੀਆਂ। ਆਮ ਆਦਮੀ ਪਾਰਟੀ ਜਿਹਾ ਨਹੀਂ ਕਰਦੀ। ਜਦੋਂ ਵੀ ਕੋਈ ਟੈਸਟ ਹੁੰਦਾ ਪਾਰਦਰਸ਼ੀ ਹੈ। ਤੁਸੀਂ ਸਾਰੇ ਵਿਧਾਨ ਸਭਾ ਦੀ ਜਿਹੜੀ ਸੁਣਦੇ ਹੋਵੋਗੇ, ਲਾਈਵ ਚੱਲਦਾ ਪ੍ਰੋਗਰਾਮ, ਲਾਈਵ ਟੈਲੀਕਾਸਟ ਕੀਤਾ ਜਾਂਦਾ। ਤੇ ਇਸ ਤੋਂ ਪਹਿਲਾਂ ਉਹ ਹੁੰਦਾ ਸੀ ਕਿ ਜਿਹੜਾ ਉੱਥੇ ਠੀਕ ਸੀ ਉਹੀ ਪਾਰਟੀਆਂ ਆਪਣਾ ਦਿਖਾ ਦਿੰਦੀਆਂ ਸੀ, ਬਾਕੀਆਂ ਦਾ ਨਾਂ ਨਹੀਂ ਲੈਂਦੇ ਸੀ। ਨੌਕਰੀ ਆਪਾਂ ਮੰਨ ਲਓ ਕਿ 10 ਬੰਦੇ ਰੱਖਣੇ ਆ, ਅਪਲਾਈ ਕਰਤਾ 1000 ਬੰਦੇ ਨੇ, ਉਹ 10 ਕਿਹੜੇ ਆਉਣਗੇ ਜਿਹੜੇ ਟੌਪ ਕਰਨਗੇ, ਵੱਧ ਨੰਬਰਾਂ ਵਾਲੇ। ਕਿਸੇ ਮੰਤਰੀ ਸ਼ੰਤਰੀ ਦਾ ਕੋਈ ਵਿੱਚ ਲਾਗਾ ਤੇਗਾ ਨਹੀਂ ਹੁੰਦਾ। ਇਹ ਹੈ ਪਾਰਦਰਸ਼ਤਾ। ਕਦੇ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ, ਜਿਹੜੇ ਪੁਰਾਣੇ ਬੈਠੇ ਮੇਰੇ ਤੋਂ ਵੱਡੀ ਉਮਰ ਦੇ, ਉਹ ਵੀ ਕਹਿੰਦੇ ਸੀ ਆਮ ਜਾਂਦੇ ਮੰਤਰੀਆਂ ਕੋਲੇ, MLA ਕੋਲੇ ਕਿ ਸਾਡਾ ਮੁੰਡਾ ਭਰਤੀ ਕਰਾ ਦਿਓ। ਮੇਰੇ ਕੋਲ ਵੀ ਆਉਂਦੇ। ਮੈਂ ਕਹਿੰਦਾ ਵੀ ਮਿਹਨਤ ਕਰੋ। ਜਿੱਥੇ ਤੁਸੀਂ ਸਟੈਂਡ ਕਰਦੇ ਹੋ ਉੱਥੋਂ ਤੁਹਾਨੂੰ ਪਿੱਛੇ ਕੋਈ ਨਹੀਂ ਕਰੇਗਾ। ਜਿੱਥੇ ਤੁਸੀਂ ਸਟੈਂਡ ਕਰਦੇ ਹੋ, ਜਿਸ ਰੈਂਕ ਤੇ ਆਏ ਹੋ, ਉੱਥੋਂ ਪਿੱਛੇ ਕੋਈ ਕਰੇਗਾ ਤਾਂ ਦੇਣਦਾਰ। ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਪੰਜਾਬ ਸਰਕਾਰ ਦੇ ਵਿੱਚ ਹੁਣ ਨੌਕਰੀਆਂ ਜਿੰਨੀਆਂ 26,000 ਅਨਾਊਂਸਮੈਂਟ ਵਾਰੀ ਆ ਰਹੀ ਹੈ। ਇਸ ਤੋਂ ਪਹਿਲਾਂ ਚੱਲਦਾ ਸੀ ਜੇ ਇੰਨੇ ਲੱਖ ਰੁਪਈਆ ਲੈ ਗਿਆ ਫਿਰ ਭਰਤੀ ਹੋਇਆ, ਸਾਡਾ ਮੁੰਡਾ ਥਾਣੇਦਾਰ ਲੱਗ ਗਿਆ। ਮੇਰੇ ਨਾਲ ਦੋਸਤ ਹੁੰਦੇ ਸੀ ਕਈ, ਉਹਨਾਂ ਨਾਲ ਠੱਗੀ ਵੱਜੀ ਸੀ।
ਹੁਣ ਤਾਂ ਸਬ ਇੰਸਪੈਕਟਰ ਭਰਤੀ ਕੀਤੇ ਜਾਂਦੇ, ਉਦੋਂ ASI ਭਰਤੀ ਕੀਤੇ ਜਾਂਦੇ ਸੀ। ਮੈਂ ਵੀ ਆਪਣੇ ਬਾਪ ਨੂੰ ਕਿਹਾ ਸੀ ਕਿ ਬਾਪੂ ਮੈਨੂੰ ਵੀ ਦੇ ਦਿਓ। ਕਹਿੰਦੇ ਕਾਕਾ ਜਿਹੜੀ 5-4 ਕਿੱਲੇ ਜ਼ਮੀਨ ਹੈ, ਜੇ ਉਹ ਵੇਚ ਕੇ ਤੂੰ ਥਾਣੇਦਾਰ ਬਣੇਗਾ ਤਾਂ ਪਤਾ ਨਹੀਂ ਅੱਗੇ ਕੀ ਹੋਣਾ। ਜੇ ਭਰਤੀ ਹੋ ਕੇ ਤੇ ਵਿਜੀਲੈਂਸ ਨੇ ਫੜ ਲਿਆ ਤੇ ਜਿਹੜੀ ਜ਼ਮੀਨ ਵੇਚੀ ਉਹ ਕਿੱਥੇ, ਰੋਟੀ ਆਪਣੀ ਬੜੀ ਖਰਾਬ ਨਾ ਕਰ। ਤਾਂ ਮੈਂ ਵੀ ਉਦੋਂ ਸਮਝ ਗਿਆ ਸੀ ਕਿ ਰੋਟੀ ਬਣੀ ਖਰਾਬ ਨਾ ਕਰੀਏ। ਸਿਪਾਹੀ ਭਰਤੀ ਹੋ ਕੇ ਇੰਸਪੈਕਟਰ ਰਿਟਾਇਰ ਹੋਇਆ ਜ਼ਿਲ੍ਹਾ ਬਠਿੰਡਾ ਤੋਂ। ਜੰਪਲ ਮੈਂ ਇੱਥੋਂ ਰਾਣਾ ਪੰਜਗਰਾਈ ਮੇਰਾ ਪਿੰਡ ਹੈ, ਗੁਰੂ ਸਾਹਿਬ ਤਹਿਸੀਲ ਦੇ ਵਿੱਚ ਪੈਂਦਾ। ਆਮ ਆਦਮੀ ਪਾਰਟੀ ਨੇ ਜਿੰਨਾ ਰੁਤਬਾ ਦਿੱਤਾ, ਆਮ ਆਦਮੀ ਪਾਰਟੀ ਦੀ ਦੇਣ ਹੈ ਕਿ ਮੈਂ ਚੋਣਾਂ ਦੇ ਦਿਨਾਂ ਵਿੱਚ ਨਿਰਸਵਾਰਥ, ਮੇਰੇ ਕੋਲ ਸੈਂਟਰੋ ਗੱਡੀ ਸੀ ਛੋਟੀ ਜਿਹੀ, ਜਿਹੜੀ ਮੈਂ ਹੁਣ ਵੀ ਹੈਗੀ ਹੈ, ਉਹਦੇ 'ਤੇ ਜਾਂਦਾ ਰਿਹਾ। ਜਿੱਥੇ ਲੋਕਾਂ ਦਾ ਇਕੱਠ ਹੋਣਾ, 10 ਬਜ਼ੁਰਗ ਬੈਠੇ ਤਾਸ਼ ਖੇਡਦੇ, ਮੈਂ ਉਹਨਾਂ ਨੂੰ ਕਹਿਣਾ ਬਾਪੂ ਜੀ ਮੇਰੀ ਗੱਲ ਸੁਣ ਲਓ। ਕਈਆਂ ਨੇ ਧਿਆਨ ਨਾਲ ਸੁਣ ਲੈਣੀ ਤੇ ਕਈਆਂ ਨੇ ਬਾਅਦ 'ਚ ਕਹਿਣਾ ਕਿ ਇਹ ਪੁਲਿਸ ਤੋਂ ਰਿਟਾਇਰ ਹੋ ਕੇ ਤੇ ਹੁਣ ਫੇਰ ਤੁਰਿਆ ਫਿਰਦਾ ਰੁਤਬੇ ਪਾਲਦਾ। ਮੈਂ ਰੁਤਬੇ ਪਾਲਣ ਨਹੀਂ ਆਇਆ ਸੀ, ਮੈਂ ਸਿਰਫ ਆਇਆ ਸੀ ਕਿ ਨੌਜਵਾਨ ਪੀੜ੍ਹੀ ਨੂੰ ਆਗਾਹ ਕਰਾਂ ਕਿ ਤੁਸੀਂ ਰਾਜਨੀਤੀ ਦਾ ਹਿੱਸਾ ਬਣੋ, ਆਪਣੇ ਵਿੱਚੋਂ ਲੀਡਰ ਲੱਭੋ। ਇਹ ਜਿਹੜੇ ਰਵਾਇਤੀ ਪਾਰਟੀਆਂ ਦੇ ਜੱਦੀ ਪੁਸ਼ਟੀ ਘਰਾਣੇ, ਉਹਨਾਂ ਦਾ ਸਾਥ ਛੱਡੋ। ਕਾਫੀ ਲੋਕਾਂ ਨੇ ਚੰਗਾ ਸਮਝਿਆ, ਸਾਥ ਵੀ ਦਿੱਤਾ।